ਗਿਆਨੀ ਸਾਹਿਬ ਬੜੇ ਵੱਡੀ ਉਮਰ ਦੇ ਨੇ, ਚਿੱਟੀ ਦਾੜੀ ਵਾਲੇ ਨੇ। ਜੋ ਮੈਂ ਹੈਰਾਨ ਆ ਉਹ ਕਿਉਂ ਐਡੇ ਦੁਸ਼ਮਣ ਬਣ ਗਏ ਜਦੋਂ ਦੇ ਪ੍ਰਾਈਮ ਮਿਨਿਸਟਰ ਦੇ ਚ ਕਹਿੰਦੇ ਆ, ਪਰ ਅੱਜ ਤੱਕ ਪ੍ਰਾਈਮ ਮਿਨਿਸਟਰ ਦੇ ਨਾਲ ਨਾ ਤਾਂ ਉਹਨਾਂ ਦੀ ਕੋਈ ਫੋਟੋ ਆਈ ਆ, ਨਾ ਕੋਈ ਪਿਕਚਰ ਆਈ ਆ, ਕਿਉਂਕਿ ਯਕੀਨ ਤਾਂ ਇਹਨਾਂ ਤੇ ਪਹਿਲਾਂ ਹੀ ਨਹੀਂਗਾ। ਮੈਂ ਕਹਿੰਦਾ ਵੀ ਇਹ ਆਪਣੀ ਫੋਟੋ ਪਿਕਚਰ ਆ ਜਿਹੜੀ ਪ੍ਰਾਈਮ ਮਿਨਿਸਟਰ ਨਾਲ ਉਹ ਜਨਤਕ ਕਰਨ ਵੀ ਵਾਕਈ ਮਿਲ ਕੇ ਆਏ ਨੇ ਪ੍ਰਾਈਮ ਮਿਨਿਸਟਰ ਸਾਹਿਬ ਨੂੰ, ਤੇ ਕੀ ਗੱਲਾਂ ਉਹਨਾਂ ਨਾਲ ਕਰਕੇ ਆਏ ਆ, ਉਹਨਾਂ ਦਾ ਕੀ ਜਵਾਬ ਸੀ ਇਹ ਜ਼ਰੂਰ ਦੱਸਣ, ਕਿਉਂਕਿ ਐਡੀ ਵੱਡੀ ਸਿਚੁਏਸ਼ਨ ਆ ਜਿਹੜੀ ਉਹ ਪੰਜਾਬ ਦੀ ਖਰਾਬ ਕੀਤੀ ਹੋਈ ਆ ਇਹਨਾਂ ਨੇ। ਤੇ ਪ੍ਰਾਈਮ ਮਿਨਿਸਟਰ ਨੂੰ ਇਹ ਦਿਨਾਂ 'ਚ ਮਿਲੇ ਹੋਣ ਤੇ ਉਹਦੇ ਬਾਰੇ ਕੋਈ ਗੱਲ ਹੀ ਨਾ ਹੋਵੇ। ਹੁਣ ਗੱਲ ਦੇਖੋ ਇਹਨਾਂ ਨੇ ਬਾਹਰ ਆ ਕੇ ਕੀ ਕੀਤੀ। ਇੱਕ ਰਾਜੋਵਾਲ ਉਹਨਾਂ ਦਾ ਨਾਂ ਲੈ ਕੇ ਜਾਣ ਕੇ ਦੇਖੋ ਕਿਵੇਂ ਤੋੜਨ ਦੀ ਕੋਸ਼ਿਸ਼ ਕੀਤੀ ਵੀ ਇੱਕ ਜੇ ਕਿਸਾਨ ਲੀਡਰ ਆ ਉਹ ਰਾਜੋਵਾਲ ਆ, ਬਾਕੀ ਸਾਰੇ ਲੀਡਰ ਨੇ ਜਿਹੜੇ ਕਿਸਾਨ ਉਹਨਾਂ ਨੂੰ ਤਾਂ ਪਟਵਾਰੀ ਵੀ ਨਹੀਂ ਮਿਲਦਾ ਸੀ। ਤੁਹਾਡੀ ਇੰਟਰਵਿਊ 'ਚ ਵਰਡ ਯੂਜ਼ ਕੀਤਾ ਹੈ ਵੀ ਇਹ ਲੀਡਰਾਂ ਨੂੰ ਤਾਂ ਪਟਵਾਰੀ ਵੀ ਨਹੀਂ ਮਿਲਦਾ ਸੀ ਪੰਜਾਬ ਦੇ ਵਿੱਚ, ਹੁਣ ਤਾਂ ਇਹਨਾਂ ਨੂੰ ਮੰਤਰੀ ਮਿਲਦੇ ਆ। ਇਹ ਗੱਲ ਕਰਨ ਲੱਗੇ 100 ਵਾਰ ਪਹਿਲਾਂ ਸੋਚਿਆ ਨਹੀਂ ਸੀ ਤੁਸੀਂ? ਤੁਹਾਨੂੰ ਪਤਾ ਨਹੀਂ ਵੀ ਝੰਡਾ ਕਿਹਦਾ ਆਪਣੇ ਆਪਣੇ ਨਾਂ ਪੜੋ ਝੰਡਿਆਂ ਤੇ, ਡਕਾਉਂਦਾ ਕੌਣ ਆ, ਸਿੱਧੂਵਾਲ ਕੌਣ ਆ, ਕਿਸਾਨ ਯੂਨੀਅਨਾਂ ਦੇ ਹੋਰ ਝੰਡੇ ਉਗਰਾਹਾਂ ਕੌਣ ਨੇ, ਜਲੰਧਰ ਦੀ ਆਰਗੇਨਾਈਜੇਸ਼ਨ ਅਲੱਗ ਨੇ, ਮਾਝੇ ਦੀਆਂ ਅਲੱਗ ਨੇ, ਜਿਹੜਾ ਕਿਰਤੀ ਕਿਸਾਨ ਅਲੱਗ ਆ, ਕਿਸਾਨ ਮਜ਼ਦੂਰ ਅੰਮ੍ਰਿਤਸਰ ਵਾਲਾ ਜਿਹੜਾ ਉਹ ਅਲੱਗ ਆ। ਤੁਸੀਂ ਜਾਣ ਬੁੱਝ ਕੇ ਇੱਕ ਉਹ ਠੀਕ ਆ, ਉਹ ਬਹੁਤ ਸਿਆਣੇ ਆ, ਉਹ ਸਾਰਿਆਂ ਦੀ ਅਗਵਾਈ ਕਰਦੇ ਆ, ਪਰ ਉਹਨਾਂ ਦੇ ਨਾਂ ਤੇ ਤਾਂ ਕੋਈ ਝੰਡਾ ਹੀ ਨਹੀਂਗਾ। ਉਹਨਾਂ ਦੇ ਨਾਂ ਤੁਸੀਂ ਕਦੇ ਦੇਖਿਆ ਕੋਈ ਝੰਡਾ ਜਾਂ ਬੱਸਾਂ ਆਈਆਂ? ਬਾਕੀ ਤੁਸੀਂ ਹਰ ਦਾ ਝੰਡਾ ਜਿਹੜਾ ਅੱਜ ਇਹ ਐਡੀਆਂ ਤਕੜੀਆਂ ਆਰਗੇਨਾਈਜੇਸ਼ਨ ਨੇ, ਲੋਕ ਮਾਣ ਮਹਿਸੂਸ ਕਰਦੇ ਆ। ਜਿਹੜੇ ਆਮ ਜਿਹੜੇ ਕਿਸਾਨ ਨਹੀਂਗੇ ਉਹ ਆਪਣੇ ਗੱਡੀ ਤੇ ਜਿਵੇਂ ਤਿਰੰਗਾ ਝੰਡਾ ਲਾਉਂਦੇ ਸੀ ਨਾ, ਦੇਸ਼ ਦਾ ਮਾਣ ਮਹਿਸੂਸ ਕਰਦੇ ਸੀ, ਅੱਜ ਉਹ ਕਿਸਾਨ ਯੂਨੀਅਨ ਦੇ ਲੀਡਰਾਂ ਦੇ ਇਹਨਾਂ ਦੇ ਝੰਡੇ ਲਾ ਰਹੇ ਨੇ। ਕਈ ਲੋਕ ਸ਼ਹਿਰ ਦੇ ਵਿੱਚ ਜਾਂ ਆ ਦਿੱਲੀ 'ਚ ਉਹਨਾਂ ਦੇ ਝੰਡੇ ਬਣਾ ਕੇ 500 ਦਾ ਸਾਈਜ਼ ਰੁਪਏ ਦਾ, 700 ਰੁਪਏ ਦਾ ਤੇ 1000 ਰੁਪਏ ਦਾ ਅੱਜ ਕਿਸਾਨ ਯੂਨੀਅਨ ਵਾਲਿਆਂ ਦਾ ਝੰਡਾ ਬਲੈਕ 'ਚ ਵਿਕ ਰਿਹਾ। ਜਿਹੜੇ ਲੀਡਰ ਨੇ ਇਹਨਾਂ ਦਾ ਨਾਂ ਆ, ਇਹ ਕਹਿੰਦੇ ਪਟਵਾਰੀ ਨਹੀਂ ਮਿਲਦਾ, ਫਿਰ ਕਹਿੰਦੇ ਸਾਡੇ ਘਰਾਂ ਦੇ ਘਰਾਓ ਹੁੰਦੇ ਆ, ਫਿਰ ਕਹਿੰਦੇ ਸਾਨੂੰ ਪ੍ਰੈਸ ਕਾਨਫਰੰਸਾਂ ਨਹੀਂ ਕਰਨ ਦਿੰਦੇ। ਕਿਉਂ ਕਰਨ ਦੇਣ ਜਦੋਂ ਇਹੋ ਜਿਹੀਆਂ ਗੱਲਾਂ ਕਰਦੇ ਨੇ? ਤੇ ਕਿਸਾਨ ਯੂਨੀਅਨ ਲੀਡਰ, ਮੈਂ ਤਾਂ ਹੀ ਬਾਰ-ਬਾਰ ਕਹਿਣਾ, ਮੇਰਾ ਕਿ ਇਹਦਾ ਮੰਨਦੇ ਨਹੀਂ, ਬੁਰਾ ਮੰਨਦੇ ਆ। ਅੱਜ ਇਹ ਬੀਜੇਪੀ ਵਾਲੇ ਇਹਨਾਂ ਦੇ ਮੰਤਰੀ ਇਹਨਾਂ ਦੇ ਕਹਿਣ ਤੇ ਸਭ ਕੁਝ ਕਰ ਰਹੇ ਆ। ਪ੍ਰਧਾਨ ਮੰਤਰੀ ਤੁਸੀਂ ਉਹਨਾਂ ਨੂੰ ਮਿਲਣ ਜਾਂਦੇ ਹੋ ਜਿਹੜੇ ਅੰਦਰੋਂ ਉਹਨਾਂ ਦੇ ਮਨ 'ਚ ਇਹ ਆ, ਅੰਦਰੋਂ ਉਹਨਾਂ ਦੇ ਮਨ 'ਚ ਇਹ ਆ ਵੀ ਇਹਨਾਂ ਨੂੰ ਪਟਵਾਰੀ ਨਹੀਂ ਮਿਲਦਾ। ਤੇ ਅੱਜ ਇਹ ਸਿਰਫ ਇਹਦਾ ਮਤਲਬ ਟਾਈਮ ਕੱਢ ਰਹੇ ਆ ਨਾ, ਇਹ ਗੁੰਮਰਾਹ ਕਰ ਰਹੇ ਆ ਨਾ, ਗਿਆਨੀ ਤੇ ਗਰੇਵਾਲ ਬੇਵਕੂਫ ਬਣਾ ਰਹੇ ਆ ਨਾ। ਤੇ ਇਹ ਗੱਲ ਕਹਿ ਰਹੇ ਆ ਵੀ 41 ਬੰਦਿਆਂ ਨਾਲ ਕਿਹੜੀ ਗੱਲ ਕਰੀਏ? ਕਿਉਂ? ਕਿਉਂਕਿ 41 ਬੰਦਿਆਂ ਨੂੰ ਨਾ ਕੋਈ ਖਰੀਦ ਸਕਦਾ, ਨਾ ਉਹ ਵਿਕ ਸਕਦੇ ਆ। ਇਹ ਜਾਣ ਕੇ ਚਾਹੁੰਦੇ ਆ ਵੀ ਇੱਕ ਜਾਂ ਦੋ ਲੀਡਰ ਤੁਸੀਂ ਮੂਹਰੇ ਕਰੋ ਜਿੱਤੇ ਅਸੀਂ ਪ੍ਰੈਸ਼ਰ ਪਾ ਕੇ ਜਿਹਨੂੰ ਅਸੀਂ ਖਰੀਦ ਸਕੀਏ, ਅਸੀਂ ਦਬਾਅ ਪਾ ਸਕੀਏ। ਪਰ ਚਾਹੇ ਤੁਸੀਂ ਇੱਕ ਬਣਾ ਲਓ, ਚਾਹੇ ਦੋ ਬਣਾ ਲਓ, ਇਹਨਾਂ ਦੇ ਮਗਰ ਪੰਜਾਬ ਤੇ ਪੰਜਾਬ ਦਾ ਕਿਸਾਨ ਖੜਾ ਏ। ਇਸ ਕਰਕੇ ਤੁਸੀਂ ਖਰੀਦ ਨਹੀਂ ਸਕਦੇ। ਮੈਂ ਪਹਿਲਾਂ ਤੁਹਾਨੂੰ ਦੱਸਿਆ ਵੀ ਇਹਨਾਂ ਦੇ ਕਰੋੜਾਂ ਅਰਬਾਂ ਦੀਆਂ ਜਾਇਦਾਦਾਂ ਉਰੇ ਆ ਤੇ ਕਰੋੜਾਂ ਅਰਬਾਂ ਦੀਆਂ ਅਮਰੀਕਾ, ਕੈਨੇਡਾ, ਯੂਰਪ ਦੇ ਵਿੱਚ ਆ। ਤੁਸੀਂ ਕੀ ਸਮਝਦੇ ਆ ਆਪਣੇ ਆਪ ਨੂੰ? ਤੇ ਤੁਸੀਂ ਬਹੁਤ ਵੱਡੀ ਅੱਗ ਕੱਲ ਲਾਈ ਆ ਇਹ ਗੱਲਾਂ ਕਹਿ ਕੇ। ਇੱਕ ਕਿਸਾਨ ਲੀਡਰ ਦਾ ਨਾਂ ਲੈ ਕੇ ਦੁਬਾਰਾ ਜਿਹਨੂੰ ਤੁਸੀਂ ਜਾਣ ਕੇ ਪੁੱਟ ਕੀਤਾ ਹੈ ਵੀ ਅਸੀਂ ਤਾਂ ਬੀਜੇਪੀ ਵਾਲੇ ਸਿਰਫ ਉਹਦੀ ਗੱਲ ਸੁਣਦੇ ਆ। ਪਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ, ਜਿੰਨੇ ਬਾਕੀ ਲੀਡਰ ਨੇ, ਮੈਂ ਕਈਆਂ ਦੇ ਨਾਂ ਫੇਰ ਲਊਂਗਾ, ਉਹਨਾਂ ਦੇ ਪਿੱਛੇ ਲੋਕ ਨੇ। ਉਹਨਾਂ ਦੀ ਇੱਕ ਆਵਾਜ਼ ਤੇ ਲੋਕ ਉਰੇ 2-2, 3-3 ਸਾਲ ਬੈਠੇ ਰਹਿਣਗੇ। ਰਾਜੇਵਾਲ ਸਾਹਿਬ ਬਾਰੇ ਮੈਂ ਕੋਈ ਬਾਹਲਾ ਜਾਣਦਾ ਨਹੀਂਗਾ, ਕਿਉਂਕਿ ਮੈਂ ਉਹਨਾਂ ਦਾ ਕੋਈ ਝੰਡਾ ਨਹੀਂ ਦੇਖਿਆ, ਕੋਈ ਬੱਸ ਤੇ ਕਿਸੇ ਜਾਂ ਟਰੈਕਟਰ ਤੇ ਕੋਈ ਉਹਨਾਂ ਦਾ ਇਸ਼ਤਿਹਾਰ ਨਹੀਂ ਦੇਖਿਆ। ਪਰ ਜਿਹੜੇ ਬਾਕੀ ਸਾਰੀਆਂ ਯੂਨੀਅਨਾਂ ਨੇ, ਲੀਡਰ ਨੇ, ਵੱਡੇ ਨਾਂ ਨੇ, ਜਿਨ੍ਹਾਂ ਦੇ ਹੱਥ 'ਚ ਖੁੰਡੇ ਆ, ਤੁਸੀਂ ਉਹਨਾਂ ਨੂੰ ਇਹ ਕਹਿ ਰਹੇ ਹੋ? ਤੁਹਾਨੂੰ ਇਸ ਗੱਲ ਦੀ ਸ਼ਰਮ ਨਾ ਆਈ ਕਹਿਣ ਲੱਗੇ? ਤੁਹਾਡਾ ਸ਼ਰਮ ਸ਼ਿਰਨਾ ਝੁਕਿਆ ਨਹੀਂ ਵੀ ਜਿਨ੍ਹਾਂ ਦੇ ਮਗਰ ਲੱਖਾਂ ਲੋਕ ਬੈਠੇ ਆ ਉਰੇ, ਤੁਸੀਂ ਉਹਨਾਂ ਨੂੰ ਇਹ ਕਹਿੰਦੇ ਹੋ ਪਟਵਾਰੀ ਨਹੀਂ ਮਿਲਦਾ? ਤੁਸੀਂ ਦੇਖਿਓ, ਕੋਈ ਗੱਲ ਨਹੀਂ, ਚੱਲਿਓ ਵਾਪਸ, ਇਹਨਾਂ ਨੂੰ ਜਾਣ ਦਿਓ, ਤੁਹਾਨੂੰ ਪਤਾ ਲੱਗੇਗਾ ਵੀ ਕੀ ਭਾਅ ਵਿਕਦੀ ਆ।
लेकिन लेकिन बिट्टू साहब, आज जिस तरीके से बयान सामने आया है जानी साहब का, उन्होंने कहा है कि जो 2022 के चुनाव हैं वो लड़ना चाहते हैं। ਤੇ ਕੀ ਫਿਰ ਇਹ 'ਚ ਕੀ ਮਾੜਾ ਗੱਲ ਆ ਜੀ? ਤੁਹਾਨੂੰ ਹੀ ਦੇਖ ਕੇ ਤੁਸੀਂ ਉਹ ਠੇਕਾ ਲਿਆ ਚੁਣਾਵ ਲੜਨ ਦਾ। ਕਿਉਂ ਨਾ ਲੜਨ ਉਹ ਚੁਣਾਵ? ਬਈ ਡੈਮੋਕ੍ਰੇਸੀ ਹੈ, ਕੋਈ ਵੀ ਲੜ ਸਕਦਾ। ਜੇ ਉਹ ਚੰਗੇ ਕੰਮ ਕਰ ਰਹੇ ਆ, ਲੋਕ ਉਹਨਾਂ ਨੂੰ ਵੋਟਾਂ ਪਾਉਣਗੇ। ਤੁਸੀਂ ਤਾਂ 5 ਸਾਲ ਪਹਿਲਾਂ ਬਾਦਲ ਨਾਲ 97 ਤੋਂ ਲੈ ਕੇ 2000 ਚ ਦੋ ਲੁੱਟਿਆ। ਤੁਸੀਂ ਵੀ ਕੈਬਨਿਟ ਮੰਤਰੀ ਸੀ, ਕਦੇ ਨਹੀਂ ਬੋਲੇ ਤੁਸੀਂ। ਉਸ ਕੈਬਨਿਟ 'ਚ ਸਭ ਕੁਝ ਕਰਦੇ ਸੀ। ਉਦੋਂ ਬਾਅਦ ਤੁਸੀਂ ਫੇਰ 2004 ਤੋਂ ਲੈ ਕੇ ਫੇਰ ਤੁਸੀਂ 2017 ਤੱਕ, 7 ਤੋਂ ਲੈ ਕੇ 2017 ਤੱਕ ਬੈਠੇ ਰਹੇ ਹੋ। ਫੇਰ ਤੁਸੀਂ ਲੁੱਟਦੇ ਰਹੇ ਹੋ। ਤੁਸੀਂ ਭਾਗੇਦਾਰ ਸੀ। ਅੱਜ ਤੁਸੀਂ ਗੱਲਾਂ ਮਾਰਦੇ ਹੋ, ਅੱਜ ਅਕਾਲੀ ਦਲ ਨੂੰ ਮਾੜਾ ਕਹਿੰਦੇ ਹੋ। ਉਦੋਂ ਤਾਂ ਤੁਸੀਂ ਉਹਨਾਂ ਦੀਆਂ ਲਾਣਾਂ ਚੱਟਦੇ ਸੀ ਤੁਸੀਂ, ਕਿਉਂਕਿ ਤੁਹਾਨੂੰ ਹਿੱਸੇਦਾਰੀ ਮਿਲਦੀ ਸੀ ਨਾਲ। ਚੰਗੇ ਚੰਗੇ ਮਹਿਕਮੇ ਤੁਹਾਨੂੰ ਸਾਰੇ ਦਿੱਤੇ ਹੋਏ ਸੀ। ਤੁਹਾਡੇ ਕੋਲ ਹੈਲਥ ਸੀ, ਕਿਸੇ ਕੋਲ ਲੋਕਲ ਬਾਡੀ ਸੀ, ਕਿਸੇ ਕੋਲ ਹੋਰ ਵੱਡੇ ਮਹਿਕਮੇ ਸੀ। ਸਾਰੇ ਹੀ ਮਹਿਕਮੇ ਜਿਹੜੇ ਮਲਾਈ ਵਾਲੇ ਮਹਿਕਮੇ ਉਹ ਤੁਹਾਡੇ ਕੋਲ ਸੀ ਭਾਈ। ਤੁਸੀਂ ਕੋਈ ਕਸਰ ਛੱਡੀ ਸੀ ਉਦੋਂ? ਉਹ ਤੁਹਾਨੂੰ ਛੱਡ ਕੇ ਗਿਆ। ਤੁਸੀਂ ਤਾਂ ਹਜੇ ਵੀ ਨਹੀਂ ਉਹਨਾਂ ਨੂੰ ਛੱਡਿਆ। ਤੁਸੀਂ ਅੱਜ ਪੁੱਠੀ ਗੱਲ ਕਰ ਰਹੇ ਹੋ। ਉਹ ਤੁਹਾਨੂੰ ਛੱਡ ਕੇ ਗਏ ਆ ਵੀ ਉਹਨਾਂ ਦਾ ਥੱਲੇ ਬੇਸ ਜਿਹੜਾ ਉਹ ਖਤਮ ਹੋ ਗਿਆ। ਪਰ ਤੁਹਾਨੂੰ ਤਾਂ ਤੁਸੀਂ ਹੋ ਵੀ ਤੁਹਾਨੂੰ ਤਾਂ ਕੋਈ ਦੇਸ਼ ਦੀ ਵੱਡੀ ਜਿਹੜੀ ਪਾਰਟੀ ਆ ਉਹਨਾਂ ਨੂੰ ਪੰਜਾਬ ਦੀ ਪਰਵਾਹ ਨਹੀਂ ਗੀ। ਜੇ ਤੁਹਾਨੂੰ ਵੀ ਰੱਤੀ ਪਰ ਪੰਜਾਬ ਦੀ ਪਰਵਾਹ ਹੁੰਦੀ ਤਾਂ ਹੁਣ ਨੂੰ ਤੁਸੀਂ ਅਸਤੀਫੇ ਦੇ ਕੇ ਤੁਸੀਂ ਇਹ ਕਹਿੰਦੇ ਹੋ ਵੀ ਅਸੀਂ ਤਾਂ ਜੀ ਪਾਰਟੀ ਦੇ 30 ਸਾਲ ਦੇ 40 ਸਾਲ ਦੇ ਲੱਗੇ ਹੋਏ ਆ। ਤੁਸੀਂ ਪਾਰਟੀ ਤੋਂ ਪਹਿਲਾਂ ਤੁਹਾਡਾ ਧਰਤੀ ਮਾਂ ਪ੍ਰਤੀ ਫਰਜ਼ ਬਣਦਾ ਏ। ਉਹ ਧਰਤੀ ਮਾਂ ਜਿਹਨੇ ਹੁਣ ਤੱਕ ਤੁਹਾਨੂੰ, ਅੱਜ ਤੱਕ ਤੁਹਾਡੇ ਢਿੱਡ 'ਚ ਅਨਾਜ, ਤੁਹਾਡੇ ਬੱਚਿਆਂ ਨੂੰ, ਤੁਹਾਨੂੰ, ਤੁਹਾਡੀਆਂ ਪੀੜ੍ਹੀਆਂ ਨੂੰ ਕਿਹਨੇ ਪਾਲਿਆ? ਇਹ ਰੋਟੀ ਉਹ ਪਾਲਦੀ ਆ। ਉਹ ਮਾਂ ਪ੍ਰਤੀ ਨਹੀਂ ਤੁਹਾਡੀ ਕੋਈ ਜ਼ਿੰਮੇਵਾਰੀ। ਪਰ ਤੁਸੀਂ ਕੋਰਾ ਝੂਠ ਬੋਲਦੇ ਹੋ। ਅੱਜ ਇਹ ਗੱਲ ਕਹਿ ਕੇ ਤੁਸੀਂ ਸਾਬਤ ਕਰਤਾ। ਦੂਜੇ ਪਾਸੇ ਤੁਹਾਡੇ ਗਡਕਰੀ ਸਾਹਿਬ ਕੀ ਕਹਿ ਰਹੇ ਆ? ਨਿਤਿਨ ਗਡਕਰੀ ਜਿਹੜੇ ਤੁਹਾਡੇ ਪ੍ਰਧਾਨ ਵੀ ਰਹੇ ਨੇ ਪਹਿਲਾਂ, ਤੇ ਨਿਤਿਨ ਗਡਕਰੀ ਇਸ ਵੇਲੇ ਬਹੁਤ ਵੱਡਾ ਮਹਿਕਮਾ ਉਹਨਾਂ ਕੋਲ ਨੈਸ਼ਨਲ ਹਾਈਵੇਜ਼ ਦਾ ਤੇ ਪੋਰਟਸ ਦਾ। ਸਾਰੇ ਜਿੰਨੇ ਪੋਰਟਸ ਨੇ ਉਹ ਸਾਰੇ ਅਡਾਨੀ ਨੂੰ ਦੇਤੇ, ਕਿਉਂਕਿ ਸਾਰਾ ਕਾਰੋਬਾਰ ਆ ਜਿਹੜਾ, ਉਹ ਜਿਹੜੀਆਂ ਫਸਲਾਂ ਐ ਜਾਂ ਹੋਰ ਚੀਜ਼ਾਂ ਉਹ ਜਹਾਜ਼ ਰਾਹੀਂ ਤਾਂ ਜਾ ਨਹੀਂ ਸਕਦੀਆਂ। ਉਹ ਤਾਂ ਸ਼ਿਪ ਰਾਹੀਂ, ਸਾਰਾ ਪੋਰਟ ਰਾਹੀਂ ਜਾਣੀਆਂ। ਉਹ ਸਾਰੀਆਂ ਅਡਾਨੀ ਕੋਲ ਆ। ਤੇ ਇਹਨਾਂ ਨੇ ਕੀ ਕਿਹਾ? ਇਹ ਅੱਜ ਤੋਂ ਪਹਿਲਾਂ ਜੂਨ 'ਚ ਵੀ ਬਿਆਨ ਦਿੱਤਾ ਸੀ ਇਹਨਾਂ ਨੇ, ਜਦੋਂ MSP ਤੈਅ ਹੋਣੀ ਸੀ, ਵੀ MSP ਤੁਸੀਂ ਨਾ ਤੈਅ ਕਰੋ, MSP ਤੁਸੀਂ ਹਟਾ ਦਿਓ, ਕਿਉਂਕਿ ਜਿਹੜੀ MSP ਆ ਉਹ ਇੰਟਰਨੈਸ਼ਨਲ ਮਾਰਕੀਟ ਦੇ ਨਾਲੋਂ ਆਪਾਂ ਵੱਧ ਦੇ ਰਹੇ ਹਾਂ। ਇਹਨਾਂ ਨੂੰ ਪਰੇ ਕਰੋ। ਬਾਹਰਲੇ ਦੇਸ਼ਾਂ ਤੋਂ ਉੱਥੋਂ ਕਣਕ ਲਿਆਓ, ਉੱਥੋਂ ਝੋਨਾ ਲਿਆਓ, ਉੱਥੋਂ ਸਾਰੀਆਂ ਚੀਜ਼ਾਂ ਲਿਆਓ। ਇਹਨਾਂ ਤੋਂ ਤਾਂ ਸਸਤੀਆਂ ਮਿਲਦੀਆਂ ਉੱਥੇ। ਉਹ ਭਾਈ ਸਾਹਿਬ ਤੁਹਾਨੂੰ ਪਤਾ ਹੋਣਾ ਚਾਹੀਦਾ, ਜਦੋਂ ਸਾਡੇ 60 ਤੇ 70 ਦੇ ਵਿੱਚ ਜਦੋਂ ਲੋਕ ਭੁੱਖੇ ਸੀ, ਮੁਲਕ ਭੁੱਖਾ ਸੀ, ਉਦੋਂ ਸਰਕਾਰ ਨੇ ਉਦੋਂ ਵੀ ਗਲਾ ਘੁੱਟਿਆ ਸੀ ਕਿਸਾਨ ਦਾ। ਲੇਵੀ, ਉਦੋਂ ਯਾਦ ਕਰੋ, ਲੇਵੀ ਹੁੰਦੀ ਸੀ ਲਾਈ। ਤੁਹਾਨੂੰ ਤਾਂ ਯਾਦ ਹੋਣਾ ਸਮਾਂ। ਲੇਵੀ ਦਾ ਮਤਲਬ ਇਹ ਹੁੰਦਾ ਸੀ, ਸਰਕਾਰ ਦਾ ਕਾਨੂੰਨ ਸੀ, ਜੇ ਬਾਹਰ ਪ੍ਰਾਈਵੇਟ 100 ਰੁਪਏ ਕੁਇੰਟਲ ਵਿਕਦੀ ਆ, 100 ਰੁਪਏ ਕੁਇੰਟਲ ਜੇ ਕਣਕ ਵਿਕਦੀ ਸੀ, ਤਾਂ ਸਰਕਾਰ ਨੂੰ ਤੁਹਾਨੂੰ ਉਹਦਾ ਤੀਜਾ ਜਾਂ ਚੌਥਾ ਹਿੱਸਾ 70 ਰੁਪਏ ਜਾਂ 74 ਰੁਪਏ ਦੇਣਾ ਪੈਂਦਾ ਸੀ ਕੁਇੰਟਲ। ਸਰਕਾਰ ਗਰਦਨ ਤੇ ਤੁਹਾਡੇ ਦੱਬ ਕੇ ਤੋਂ ਸਸਤੇ ਰੇਟ ਤੇ ਲੈਂਦੀ ਸੀ। ਅੱਜ ਤੁਸੀਂ ਕਹਿੰਦੇ ਹੋ ਪ੍ਰੋਡਕਸ਼ਨ ਵੱਧ ਗਈ। ਅੱਜ ਤੁਸੀਂ ਕਹਿੰਦੇ ਹੋ ਜੀ ਮਾਰਕੀਟ ਰੇਟ ਆ ਜਿਹੜਾ MSP ਦਾ ਉਹ ਤੈਅ ਕਰਨਾ ਛੱਡ ਦਿਓ। ਆ ਸਾਡੇ ਕੋਲ ਬਹੁਤ ਅਨਾਜ ਪਿਆ ਏ। ਭਾਈ ਸਾਹਿਬ, ਜਿਹੜੀ ਤੁਸੀਂ ਗੱਲ ਗਟਕਰੀ ਜੀ ਕਰਦੇ ਹੋ BJP ਵਾਲਿਓ, ਬਈ ਬਾਹਰ ਸਸਤੀ ਪੈਂਦੀ ਆ। ਬਾਹਰ ਤਾਂ ਸਸਤੀ ਪੈਂਦੀ ਆ ਬਈ ਉੱਥੇ ਜਿਹੜੀ ਸਰਕਾਰ ਆ ਸਬਸਿਡੀਆਂ ਦਿੰਦੀ ਆ। ਜਦੋਂ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਅੱਜ ਸਾਡੇ ਝੋਨੇ ਦੀ ਲੋੜ ਨਹੀਂ, ਕਣਕ ਦੀ ਲੋੜ ਨਹੀਂ, ਤਾਂ ਉਹ ਕਿਸਾਨਾਂ ਨੂੰ ਸਬਸਿਡੀਆਂ ਦੇ ਕੇ ਕਹਿ ਦਿੰਦੀ ਆ ਵੀ ਇਸ ਵਾਰ ਖੇਤ ਖਾਲੀ ਛੱਡ ਦਿਓ, ਤੁਹਾਨੂੰ ਪੈਸੇ ਮਿਲਣਗੇ, ਬੀਜਣ ਦੀ ਲੋੜ ਨਹੀਂ। ਪਰ ਤੁਸੀਂ ਪੁੱਠੀ ਗੱਲ ਕਰਦੇ ਹੋ। ਸਿਰਫ 2 ਚੀਜ਼ਾਂ ਏ, ਇੱਕ ਝੋਨਾ, ਇੱਕ ਗੰਨਾ, ਜਿਹਦੀ ਸਾਡੇ ਕੋਲ ਸਰਪਲਸ ਆ। ਬਾਕੀ ਅੱਜ ਕਣਕ ਵੀ ਜਿਹੜੀ ਉਹ ਪੂਰੀ ਆ ਗਡਕਰੀ ਸਾਹਿਬ, ਕੋਈ ਜ਼ਿਆਦਾ ਨਹੀਂ ਗਈ ਸਾਡੇ ਕੋਲ। ਤੇ ਇਸ ਕਰਕੇ ਇਹ ਕੰਮਾਂ ਤੋਂ ਇਹੋ ਜਿਹੇ ਬਿਆਨ ਜਿਹੜੇ ਦੇਣੇ ਆ, ਇੱਕ ਪਾਸੇ ਮੀਟਿੰਗਾਂ ਕਰਦੇ ਆ, ਦੂਜੇ ਪਾਸੇ ਗਡਕਰੀ। ਔਰ ਤੀਜੀ ਗੱਲ, ਜਿਹੜੀ ਇਹਨਾਂ ਦੇ ਡਿਫੈਂਸ ਮਿਨਿਸਟਰ ਰਾਜਨਾਥ ਜੀ ਇੱਕ ਪਾਸੇ ਉਹ ਕਿਸਾਨਾਂ ਦੇ ਹੱਕ 'ਚ ਬੋਲ ਰਿਹਾ ਤੇ ਅਲੱਗ ਮੀਟਿੰਗਾਂ ਕਰ ਰਹੇ ਆ ਕਿਸਾਨ ਜਥੇਬੰਦੀਆਂ ਨਾਲ। ਇੱਥੋਂ ਪਤਾ ਲੱਗਦਾ ਵੀ ਬਿਲਕੁਲ ਪੈਰਲਲ 2 ਗਰੁੱਪ ਨੇ ਪਾੜ ਚੁੱਕੀ ਆ BJP। ਇੱਕ ਪਾਸੇ ਮੋਦੀ ਜੀ ਤੇ ਅਮਿਤ ਸ਼ਾਹ, ਦੂਜੇ ਪਾਸੇ ਰਾਜਨਾਥ। ਉਹ ਆਪਣੀ ਜਗ੍ਹਾ ਇਹਦੇ ਵਿੱਚ ਲੱਭ ਰਹੇ ਆ ਵੀ ਮੈਂ ਕਿਸਾਨਾਂ ਦੇ ਕਿਵੇਂ ਹੱਕ 'ਚ ਬਿਆਨ ਦਵਾਂ ਤੇ ਕਿਵੇਂ ਕਿਸਾਨ ਲੀਡਰਾਂ ਨੂੰ ਆਪਣੇ ਕੋਲ ਬੁਲਾਉਂਦੇ ਨੇ ਉਹ।
ਹੋਰ ਨਿਯੋਤਾ ਵੀ ਦਿੱਤਾ। ਅੱਜ ਹੀ ਸੰਪਲਾ ਸਾਹਿਬ ਜਿਹੜੇ ਇਹਨਾਂ ਦੇ ਮੰਤਰੀ ਨੇ, ਉਹ ਕਈ ਚੈਨਲਾਂ ਤੇ ਬੋਲ ਰਹੇ ਸੀ, ਪੁਰਾਣੇ ਜਿਹੜੇ ਕਿ ਇਹਨਾਂ ਦੇ ਮੰਤਰੀ ਰਹੇ ਨੇ, ਪ੍ਰਧਾਨ ਵੀ ਰਹੇ ਨੇ, ਉਹ ਰਾਜਨਾਥ ਜੀ ਅਲੱਗ ਪੈਰਲਲ ਗਰੁੱਪ ਕ੍ਰੀਏਟ ਕਰ ਰਹੇ ਆ, ਪ੍ਰੈਸ਼ਰ ਪਾ ਰਹੇ ਆ ਵੀ ਮੇਰੀ ਪੁੱਛ ਵਧੇ, ਮੈਨੂੰ ਵੀ ਕੋਈ ਪੁੱਛੇ। ਇਸ ਕਰਕੇ ਕਲੀਅਰ ਜਿਹੜਾ ਇਸ ਗੱਲ ਦਾ ਦੋ ਟੁਕੜਿਆਂ 'ਚ ਬੀਜੇਪੀ ਵੰਡ ਗਈ ਆ। ਇੱਕ ਪਾਸੇ ਪੰਜਾਬ ਦੇ ਜਿਹੜਿਆਂ ਨੂੰ, ਕਿਉਂਕਿ ਜਾਨੀ ਤੋਂ ਬਾਅਦ ਜਾਂ ਗਰੇਵਾਲ ਸਾਹਿਬ ਤੋਂ ਕਿਸੇ ਨੂੰ ਕੋਈ ਬੁਲਾਇਆ ਨਹੀਂ, ਤੇ ਦੂਜੇ ਪਾਸੇ ਜਿਹੜੀ ਪੰਜਾਬ ਦੀ ਲੀਡਰਸ਼ਿਪ ਆ ਜਿਨ੍ਹਾਂ ਨੂੰ ਨਹੀਂ ਬੁਲਾ ਰਹੇ, ਉਹ ਰਾਜਨਾਥ ਉਹਨਾਂ ਨੂੰ ਸੱਦਣ ਲੱਗ ਗਏ। ਤੇ ਇਸ ਕਰਕੇ ਕਲੀਅਰ ਜਿਹੜਾ ਉਹ ਦੋ ਟੁਕੜਿਆਂ 'ਚ ਸਿਆਸਤ ਜਿਹੜੀ ਖੇਡੀ ਜਾ ਰਹੀ ਆ, ਉਹ 8 ਤਰੀਕ ਨੂੰ ਹੋਰ ਪਤਾ ਲੱਗ ਜਾਏਗਾ, ਕਲੀਅਰ ਹੋ ਜਾਏਗਾ। ਤੇ 26 ਤਰੀਕ ਨੂੰ ਅਸਲੀ ਜਿਹੜਾ ਪਟਾਕਾ ਉਹ ਅਸੀਂ ਸੈਂਟਰ ਸਰਕਾਰ ਦਾ ਪਾ ਦਾਂਗੇ। ਸਰ ਕੱਲ ਅਗਲੀ ਬੈਠਕ ਹੈ ਜਿਹੜੀ 8 ਜਨਵਰੀ ਨੂੰ ਹੋਣ ਜਾ ਰਹੀ ਹੈ, ਬੈਠਕਾਂ ਦਾ ਸਿਲਸਿਲਾ ਲਗਾਤਾਰ ਜਾਰੀ, ਸਿੱਟਾ ਕੋਈ ਨਿਕਲ ਨਹੀਂ ਰਿਹਾ, ਉਹਨੂੰ ਤੁਸੀਂ ਕਿਵੇਂ ਦੇਖਦੇ ਹੋ? ਮੈਂ ਤੁਹਾਨੂੰ ਪਹਿਲਾਂ ਹੀ ਬੇਨਤੀ ਕੀਤੀ ਆ, ਮੈਂ ਕਰ ਥੱਕ ਗਿਆ ਵੀ ਜਦੋਂ ਉਹਨਾਂ ਦਾ ਇੱਕ ਸੀਨੀਅਰ ਮੰਤਰੀ ਗਟਕਰੀ ਨਾਲ ਬਿਆਨ ਦੇ ਰਿਹਾ ਬਹੁਤ ਵੱਡੇ ਇੱਕ ਅਖਬਾਰ ਨੂੰ ਵੀ ਐਮਐਸਪੀ ਬਿਲਕੁਲ ਨਹੀਂ ਹੋਣੀ ਚਾਹੀਦੀ, ਐਮਐਸਪੀ ਖਤਮ ਕਰ ਦਿਓ, ਤੇ ਤੁਸੀਂ ਕੀ ਸੋਚਦੇ ਹੋ ਇਹ ਐਮਐਸਪੀ ਦੀ ਗਾਰੰਟੀ ਦੇ ਦੇਣਗੇ, ਤਿੰਨੋਂ ਬਿੱਲ ਵਾਪਸ ਲੈ ਲੈਣਗੇ? ਤੁਸੀਂ ਬਰੰਗ ਚਿੱਠੀ ਵਾਂਗੂ ਮੁੜਨਾ ਜੀ, ਸਦਕੇ ਜਿੰਨੀ ਵਾਰ ਮਰਜ਼ੀ ਮੀਟਿੰਗ ਕਰੋ। ਪਰ ਇਸ ਵੇਲੇ ਨੌਜਵਾਨ ਨੇ ਅੱਜ ਦਿਖਾਤਾ, ਅੱਜ ਨੌਜਵਾਨੋ ਤੁਸੀਂ ਦਿਖਾਤਾ ਟਰੈਕਟਰ ਮਾਰਚ ਕਰਕੇ ਵੀ ਕਿੰਨੀ ਵੱਡੀ ਤਾਕਤ ਆ। ਮੇਰੀ ਕਿਸਾਨ ਜਥੇਬੰਦੀਆਂ ਨੂੰ ਬੇਨਤੀ ਆ, ਤੁਸੀਂ ਸਿਆਣੇ ਹੋ, ਗੱਲਬਾਤ ਤੁਸੀਂ ਰੱਖੋ, ਪਰ ਜਿੰਨਾ ਚਿਰ ਅੱਖ ਗਹਿਰੀ ਨਹੀਂ ਕਰੋਗੇ, ਉਹ ਜਿਹੜਾ ਯੂਥ ਬੈਠਾ ਪਿੱਛੇ ਲੱਖਾਂ ਜਿਹਦੀ ਤਾਕਤ, ਜਿਹੜੇ ਬੈਰੀਅਰ ਤੋੜ ਕੇ ਆਏ ਨੇ ਇੱਥੇ ਤੱਕ, ਤੁਹਾਨੂੰ ਵੀ ਲੈ ਕੇ ਆਏ ਆ ਬਜ਼ੁਰਗਾਂ ਨੂੰ, ਉਹਨਾਂ ਨੂੰ ਮੌਕਾ ਦੇ ਦਿਓ, ਉਹਨਾਂ ਨੂੰ ਵੀ ਮੂਹਰੇ ਆਪਣੀ ਸਟੇਜ ਦੇ ਨਾਲ ਸਟੇਜ ਲਵਾ ਲਓ ਨੌਜਵਾਨਾਂ ਦੀ। ਇਹਨਾਂ ਦੇ ਮੂਹਰੇ ਉਹਨਾਂ ਦਾ ਡਰ ਆ, ਤੁਹਾਡਾ ਡਰ ਨਹੀਂਗਾ ਇਹਨਾਂ ਨੂੰ। ਉਹ ਨੌਜਵਾਨ ਜਿਹੜੇ ਪਿੱਛੇ ਆ, ਜਿੰਨਾ ਚਿਰ ਉਹਨਾਂ ਨੂੰ ਮੂਹਰੇ ਜਿਵੇਂ ਬੈਰਕਾ ਚੋਂ ਫੌਜ ਕੱਢ ਕੇ ਮੂਹਰੇ ਲਿਆਈ ਦੀ ਆ, ਉਹ ਨੌਜਵਾਨਾਂ ਨੂੰ ਮੂਹਰੇ ਲਿਆ ਕੇ ਜਿੱਥੇ ਬੈਰੀਅਰ ਆ ਖੜੇ ਕਰੋ, ਨਾਲ ਸਰਕੇ ਸਟੇਜ ਤੇ ਉਹ ਲਲਕਾਰੇ ਜਿੰਨਾ ਚਿਰ ਨਹੀਂ ਵੱਜਣਗੇ, ਇਹ ਥੋਤੋਂ ਡਰਨ ਵਾਲੇ ਨਹੀਂ ਗੇ। ਤੁਹਾਡੀਆਂ ਢਿੱਲੀਆਂ ਗੱਲਾਂ ਸੁਣ ਕੇ ਇਹ ਤਾਂ ਦਿਨ ਕੱਢ ਰਹੇ ਆ ਰੋਜ਼। ਇਸ ਕਰਕੇ ਜਿੰਨੇ ਵੀ ਨੌਜਵਾਨ ਨੇ, ਮੇਰੀ ਬੇਨਤੀ ਆ, ਤੁਸੀਂ ਵੀ ਇਹ ਲੀਡਰਾਂ ਨੂੰ ਜਾ ਕੇ ਬੇਨਤੀ ਕਰੋ ਬਈ ਸਾਨੂੰ ਮੂਹਰੇ ਆਉਣ ਦੀ ਇਜਾਜ਼ਤ ਦਿੱਤੀ ਜਾਵੇ। ਸਟੇਜ ਸਾਡੀ ਬਰਾਬਰ ਨੌਜਵਾਨਾਂ ਦੀ, ਜਿਵੇਂ ਇੱਕ ਪਾਸੇ ਮਹਾਤਮਾ ਗਾਂਧੀ ਸੀ, ਇੱਕ ਪਾਸੇ ਭਗਤ ਸਿੰਘ, ਰਾਜਗੁਰੂ ਸੁਖਦੇਵ ਸੀ। ਇਸ ਕਰਕੇ ਉਹ ਇੱਕ ਜਿਹੜੀ ਜੋਸ਼ ਭਰੀਆਂ ਤਕਦੀਰਾਂ ਏ, ਇਹ ਠੰਡੀਆਂ ਗੱਲਾਂ ਨਹੀਂ, ਇਹ ਵੀ ਚੱਲਣ। ਬਜ਼ੁਰਗਾਂ ਦੀ ਸਿਆਣਪ ਬਹੁਤ ਵੱਡੀ ਹੁੰਦੀ ਆ, ਉਹਨੂੰ ਨਾਲ ਲੈ ਕੇ ਚੱਲਣਾ ਹੀ ਚੱਲਣਾ ਏ। ਪਰ ਜਿੰਨਾ ਚਿਰ ਨੌਜਵਾਨਾਂ ਦਾ ਜਿਹੜਾ ਖੂਨ, ਗਰਮ ਖੂਨ, ਉਹਨੂੰ ਤੁਸੀਂ ਸਟੇਜ ਨਾਲ ਨਹੀਂ ਲਵਾਓਗੇ, ਉਹਨਾਂ ਚਿਰ ਇਹ ਆਰਐਸਐਸ ਵਾਲਿਆਂ ਨੇ ਅਡਾਨੀ ਬਾਨੀ ਦੇ ਪੈਸੇ ਠੰਡੇ ਨਹੀਂ ਹੋਣੇ। ਇਹ ਮੇਰੀ ਗੱਲ ਯਾਦ ਰੱਖਿਓ। ਕਿੰਨੀਆਂ ਲਾਸ਼ਾਂ ਅਸੀਂ ਰੋਜ਼ ਆਪਣੀਆਂ ਸ਼ਹਾਦਤਾਂ ਦੇ ਕੇ ਚਲੇ ਜਾਵਾਂਗੇ। ਇਹ ਫੈਸਲਾ ਜਲਦੀ ਤੋਂ ਜਲਦੀ ਨੌਜਵਾਨੋਂ ਲਓ। ਸਰ 15 ਜਨਵਰੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਵਿੱਚ ਬੈਠਕ ਕਰਨ ਦੀ ਗੱਲ ਕਰ ਰਿਹਾ ਹੈ ਕਿ ਜਿਹੜੀਆਂ ਨਾਨ ਬੀਜੇਪੀ ਪਾਰਟੀਆਂ ਉਹਨਾਂ ਨੂੰ ਇਕੱਠਾ ਕੀਤਾ ਜਾਊਗਾ। ਜਿਹੜੇ ਸੰਘੀ ਢਾਂਚੇ ਉੱਤੇ ਲਗਾਤਾਰ ਸਰਕਾਰ ਹਮਲੇ ਕਰ ਰਹੀ ਹੈ, ਉਹਨੂੰ ਲੈ ਕੇ ਤੇ ਕਿਸਾਨ ਜਿਹੜਾ ਸੰਘਰਸ਼ ਹੈ ਉਹਦੇ ਬਾਰੇ ਅਕਾਲੀ ਦਲ ਦਿੱਲੀ ਦੇ ਵਿੱਚ ਬੈਠਕ ਕਰਨ ਦੀ ਗੱਲ ਕਰ ਰਿਹਾ ਹੈ। ਦੱਸੋ, ਮੈਂ ਤਾਂ ਹੈਰਾਨ ਆ। ਅਕਾਲੀ ਦਲ ਇਹੋ ਜਿਹੀਆਂ ਗੱਲਾਂ ਕਰੂਗਾ? ਕੌਣ ਮੰਨੂਗਾ? ਉਹ ਅੱਜ ਤੱਕ ਤਾਂ ਆ ਮਹੀਨੇ 2 ਹੋਏ ਆ, ਜੁਮਾ ਹਜੇ ਇਹੀ ਸਭ ਕੁਝ ਇਹੀ ਕਰਾਉਂਦੇ ਰਹੇ ਆ। ਹੁਣ ਇਹਨਾਂ ਨੂੰ ਸੰਘੀ ਢਾਂਚੇ ਦਾ ਫਿਕਰ ਪੈ ਗਿਆ 2 ਮਹੀਨੇ ਬਾਅਦ। ਇਸ ਕਰਕੇ ਕੌਣ ਯਕੀਨ ਕਰੂਗਾ ਅਕਾਲੀ ਦਲ ਤੇ? ਮੈਨੂੰ ਇਹ ਤਾਂ ਦੱਸੋ, ਕੋਈ ਕਰ ਲੂਗਾ ਯਕੀਨ? ਕਿਹੜੀਆਂ ਪਾਰਟੀਆਂ ਇਹਨਾਂ ਨਾਲ ਆ ਜਾਣਗੀਆਂ? ਇਸ ਕਰਕੇ ਬਿਲਕੁਲ ਕਿਸੇ ਨੇ ਨਹੀਂ ਆਉਣਾ। ਇਹ ਠੀਕ ਆ, ਇੱਕ ਖਬਰ ਆ, ਉਹ ਅਲੱਗ ਬਣ ਸਕਦੀ ਹੈ ਕੋਈ ਖਬਰ। 2-3 ਪਾਰਟੀਆਂ ਜਿਹੜੀਆਂ ਕਿਸੇ ਵੀ ਜਿਹੜੀਆਂ ਰਿਜੈਕਟਡ ਪਾਰਟੀਆਂ ਨੇ, ਉਹ 1-2 ਲਿਆ ਕੇ ਬਾਦਲ ਸਾਹਿਬ ਵਰਗੇ ਬਹਿ ਜਾਣਗੇ ਜਿਹੜੇ ਸਟੇਟ ਚੋਂ ਕੱਢੇ ਹੋਏ ਨੇ। ਬਾਕੀ ਮੈਨੂੰ ਤੁਸੀਂ ਦੱਸੋ ਇਹਨਾਂ ਤੇ ਕੌਣ ਯਕੀਨ ਕਰੂਗਾ? ਇਹ ਤਾਂ ਆਪ 2 ਮਹੀਨੇ ਪਹਿਲਾਂ ਤਾਂ ਬੀਜੇਪੀ ਦੇ ਹੱਥ ਚੱਕੂ ਸੀ, ਉਹਨਾਂ ਦੇ ਚਮਚੇ ਸੀ, ਤੇ ਅੱਜ ਇਹ ਇਹੋ ਜਿਹੀਆਂ ਗੱਲਾਂ ਕਰਨਗੇ। ਅੱਜ ਇਹਨਾਂ ਨੂੰ 6 ਸਾਲ ਪੂਰਾ ਮਿਨਿਸਟਰੀ ਦੇ ਆਨੰਦ ਲੈ ਕੇ, 10 ਸਾਲ ਬੀਜੇਪੀ ਨਾਲ ਸਰਕਾਰ ਉੱਥੇ ਬਣਾ ਕੇ ਪੰਜਾਬ 'ਚ, ਤੇ 6 ਸਾਲ ਉਰੇ ਰਹਿ ਕੇ ਹੁਣ ਇਹ ਸੰਘੀ ਢਾਂਚੇ ਦੀ ਗੱਲ ਕਰਨਗੇ। ਯਾਰ ਛੱਡੋ ਯਾਰ, ਇਹਨਾਂ ਨੂੰ ਸੀਰੀਅਸ ਨਾ ਲਿਆ ਕਰੋ। ਬਿਲਕੁਲ ਇਹ ਅਸੀਂ ਉਦਣ ਦੇ ਕਹਿ ਕੀ ਰਹੇ ਆ ਬਈ ਭਾਈ, ਜਿਹੜਾ ਐਗਰੀਕਲਚਰ ਖੇਤੀਬਾੜੀ ਆ ਜਿਹੜੀ, ਉਹ ਸਟੇਟ ਦਾ ਅਧਿਕਾਰ ਆ। ਉਹ ਜਿਹੜਾ ਕੰਕਰੈਂਟ ਲਿਸਟ ਦੇ ਵਿੱਚ ਆ, ਉਹ ਸਾਰਾ ਕੁਝ ਕਲੀਅਰ ਕੀਤਾ ਹੋਇਆ ਏ। ਉਹ ਜਿਹੜਾ ਸਟੇਟ ਦੇ ਕੋਲ ਅਧਿਕਾਰ ਨੇ ਤਾਂ ਸੈਂਟਰ ਦੇ ਕੋਲ ਅਧਿਕਾਰ ਨੇ, ਉਹਨੂੰ ਹੀ ਇਹਨਾਂ ਨੇ ਤੋੜ ਕੇ ਤਾਂ ਅੰਦਰ ਵੜੇ ਆ। ਜੇ ਗੱਲ ਇਹਨਾਂ ਨੂੰ ਆ ਗਈ ਆ ਯਾਦ, ਤਾਂ ਬਹੁਤ ਚੰਗੀ ਗੱਲ ਆ। ਇਹ ਬਿਲਕੁਲ ਸਟੇਟਾਂ ਦੇ ਚੱਲਣਾ ਚਾਹੁੰਦਾ, ਜਿੱਥੇ ਐਮਐਸਪੀ ਨਹੀਂ ਮਿਲਦੀ, ਜਿੱਥੇ ਮੰਡੀਆਂ ਨਹੀਂ ਗਈਆਂ, ਜਿੱਥੇ ਕੋਈ ਐਸੀ ਗੱਲ, ਉਹ ਸਟੇਟਾਂ ਦਾ ਅਲੱਗ ਹਾਲਾਤ ਨੇ। ਜਿਵੇਂ ਹੁਣੀ ਮੇਰੇ ਕੋਲ ਰਾਜਸਥਾਨ ਦੇ ਮੇਰੇ ਭਰਾ ਖੜੇ ਸੀ, ਉਹ ਕਹਿੰਦੇ ਜੀ ਅਸੀਂ ਤਾਂ ਬੀਜਦੇ ਹੀ, ਸਾਡੇ ਤਾਂ ਅਲੱਗ-ਅਲੱਗ ਚੀਜ਼ਾਂ ਹੋਰ ਹੁੰਦੀਆਂ, ਤੇ ਜਿਹੜੀ ਕੋਈ ਛੋਲੇ ਬੀਜਦਾ,
ਕੋਈ ਜੌਂ ਬੀਜਦਾ, ਕੋਈ ਜੀਰਾ ਬੀਜਦਾ, ਕੋਈ ਇਹੋ ਜਿਹੀਆਂ ਚੀਜ਼ਾਂ ਉਹਨਾਂ ਦੀਆਂ ਏ ਤੇ ਉਹ ਮਾਰਕੀਟ 'ਚ ਉਹਨਾਂ ਦੀਆਂ ਵਿਕਦੀਆਂ ਏ। ਉਹਨਾਂ ਦਾ ਹੋਰ ਹਿਸਾਬ ਆ, ਸਾਡਾ ਪੰਜਾਬ ਹਰਿਆਣਾ ਤੇ ਆ ਜਿਹੜਾ ਯੂਪੀ ਦੇ ਕੁਝ ਜ਼ਿਲ੍ਹੇ ਆ ਸਾਡਾ ਹੋਰ ਹਿਸਾਬ ਆ। ਇਸ ਕਰਕੇ ਬਿਲਕੁਲ ਸਟੇਟਾਂ ਤੇ ਇਹਨੂੰ ਛੱਡ ਦੇਣਾ ਚਾਹੀਦਾ। ਇਹ ਪਹਿਲਾਂ ਹੀ ਯਾਦ ਆ ਜਾਂਦੀ ਜੇ, ਪਰ ਮੈਨੂੰ ਇਹ ਤੁਸੀਂ ਕਹਿ ਰਹੇ ਹੋ, ਮੈਨੂੰ ਯਕੀਨ ਹਜੇ ਵੀ ਹੈ ਨਹੀਂ ਗਾ ਇਹਨਾਂ ਤੇ। ਜੇ ਇਹ ਗੱਲ ਕਰ ਦਿੰਦੇ ਆ ਤੇ ਮੈਂ ਕਹਿੰਦਾ 50% ਲੜਾਈ ਤਾਂ ਜਿਹੜੀ ਆ ਉਹ ਉਦੋਂ ਹੀ ਜਿੱਤੀ ਜਾਏਗੀ। ਸਰ ਜੀ ਉਹ ਗੱਲ ਅਲੱਗ ਆ, ਉਹ ਠੀਕ ਆ, ਕੈਨੇਡੀਅਨ ਪ੍ਰਾਈਮ ਮਿਨਿਸਟਰ ਨੇ ਜੋ ਕਿਹਾ ਠੀਕ ਆ ਗੱਲ, ਉਹਦੀ ਆਪਾਂ ਉਹਦੀ ਨਿੰਦਾ ਕੀਤੀ, ਜਿਹੜੀ ਕਿ ਇਹ ਤਾਂ ਆਪਣੇ ਬਿੱਲਾਂ ਦੇ ਬਾਰੇ ਸੀ ਨਾ। ਇਹ 'ਚ ਤਾਂ ਉਹਦਾ ਕੋਈ ਦਖਲ ਦੇਣ ਦਾ ਨਾ ਦੇਣ ਦਾ ਕੋਈ ਜਿਹੜਾ ਉਹ ਸਰਕਾਰ ਨੇ ਕੰਡੈਮ ਕਰਨਾ ਹੀ ਹੁੰਦਾ। ਪਰ ਜਿੱਥੇ ਤੱਕ ਆਹ ਗੱਲ ਹੋਈ ਆ, ਇਹ ਤਾਂ ਬਹੁਤ ਹੀ ਖਤਰਨਾਕ ਗੱਲ ਹੋ ਗਈ। ਇਹ ਤਾਂ ਸਿਰਫ ਤਾਨਾਸ਼ਾਹ ਵਾਲਾ ਕੰਮ ਹੋ ਗਿਆ ਵੀ ਜਿਹੜਾ ਲੋਕਾਂ ਨੇ ਡੈਮੋਕ੍ਰੇਸੀ 'ਚ ਜੋ ਫਤਵਾ ਦੇਤਾ, ਉਹ ਇਸ ਵਾਰ ਟਰੰਪ ਨੂੰ ਉਹਨਾਂ ਨੇ 4 ਸਾਲ ਬਾਅਦ ਬਾਹਰ ਕਰਤਾ। ਪਰ ਟਰੰਪ ਹੁਣ ਆਪਣੀ ਗੁੰਡਾਗਰਦੀ ਨਾਲ ਤੁਸੀਂ ਦੇਖੋਗੇ, ਜਿਵੇਂ ਆਪਣੀ ਪਾਰਲੀਮੈਂਟ ਆ ਤੇ ਸਾਰੇ ਉਹ ਕੈਪੀਟਲ ਹਾਊਸ ਦੇ ਵਿੱਚ ਜਿਹੜਾ ਉਹ ਸਾਰੇ ਜਾ ਬੜੇ ਨੇ। ਤੁਸੀਂ ਹਾਲਾਤ ਤਾਂ ਦੇਖੋ ਨਾ, 4 ਬੰਦਿਆਂ ਦੀ ਡੈਥ ਹੋ ਗਈ ਆ। ਇਸ ਕਰਕੇ ਨਿੰਦਿਆ ਤਾਂ ਕਰਨੀ ਬਣਦੀ ਆ। ਅਮਰੀਕਾ ਵਰਗਾ ਦੇਸ਼ ਆ ਜਿਹੜਾ, ਉਹ ਸਭ ਤੋਂ ਪਾਵਰਫੁਲ ਕੰਟਰੀ ਆ ਤੇ ਸਾਰੀ ਦੁਨੀਆ ਤੇ ਉਹ ਆਪਣੀ ਚਲਾਉਂਦਾ ਏ, ਤੇ ਜੇ ਉਹਦੇ ਘਰ 'ਚ ਕੁਝ ਹੋ ਰਿਹਾ ਤੇ ਮੈਂ ਸਮਝਦਾ ਅੱਜ ਬਹੁਤ ਵੱਡੀ ਉਸ ਦੇਸ਼ ਨੂੰ ਢਾਹ ਲੱਗੀ ਆ। ਤੇ ਤਾਂ ਹੀ ਹਰੇਕ ਨੂੰ ਗੱਲ ਕਰਨ ਦਾ ਮੌਕਾ ਮਿਲਿਆ। ਜੇ ਟਰੂਡੋ ਨੇ ਇਹ ਗੱਲ ਕੀਤੀ, ਜੇ ਆਪਾਂ ਕੋਈ ਗਲਤ ਗੱਲ ਕੀਤੀ ਤਾਂ ਹੀ ਉਹਨੂੰ ਕਰਨ ਦਾ ਮੌਕਾ ਮਿਲਿਆ ਨਾ। ਆਪਾਂ ਇਹ ਨਹੀਂ ਕਹਿੰਦੇ ਵੀ ਅਸੀਂ ਆਪਣੇ ਦੇਸ਼ ਨਾਲ ਆ, ਟਰੂਡੋ ਨਾਲ ਬਿਲਕੁਲ ਸਾਡੀ ਕੋਈ ਇਸ ਗੱਲ ਤੇ ਸਹਿਮਤੀ ਨਹੀਂ, ਨਾ ਉਹ ਸਾਡੇ ਦੇਸ਼ ਦੇ ਕੰਮਾਂ 'ਚ ਬੋਲੇ, ਨਾ ਉਹਨੂੰ ਲੋੜ ਆ। ਪਰ ਅਸੀਂ ਜੇ ਮੌਕਾ ਦਿੱਤਾ, ਜੇ ਕੋਈ ਗਲਤ ਕੰਮ ਕੀਤਾ ਤਾਂ ਹੀ ਉਹ ਬੋਲਿਆ ਨਾ, ਨਹੀਂ ਉਹਦੀ ਕੀ ਜ਼ਰੂਰਤ ਆ ਬੋਲਣ ਦੀ। ਪਰ ਹੁਣ ਅਸੀਂ ਵੀ, ਇਹ ਤਾਂ ਸਾਫ਼ ਹੋ ਗਿਆ ਨਾ, ਬੰਦੇ ਹੀ ਮਰ ਗਏ। ਹੁਣ ਤਾਂ ਦੇਖੋ 4 ਬੰਦੇ, ਇੱਕ ਪੁਲਿਸ ਨੇ ਇੱਕ ਜਿਹੜੀ ਆ ਉਹਦੀ ਗੋਲੀ ਮਾਰ ਕੇ ਜਿਹੜੀ ਹੱਤਿਆ ਹੋਈ ਆ, ਤੇ ਸਾਰੇ ਉੱਥੇ ਐਮਪੀਜ਼ ਨੂੰ, ਸਾਰੇ ਸੈਨੇਟਰਸ ਨੂੰ ਜਿਹੜੇ ਆ ਉਹਨਾਂ ਨੂੰ ਸਾਰੇ ਨੂੰ ਖਾਲੀ ਕਰਾਉਣਾ ਪਿਆ। ਕਿਸ ਤਰੀਕੇ ਨਾਲ ਪੁਲਿਸ ਉਹਨਾਂ ਦੀ ਸਾਰੇ ਉਹਨਾਂ ਨੂੰ ਬਾਹਰ ਕੱਢ ਕੇ ਲੈ ਕੇ ਗਏ ਆ ਸੁਰੱਖਿਅਤ। ਉੱਥੇ ਦਾ ਹਾਲ ਬੜਾ ਮਾੜਾ ਹੋ ਗਿਆ। ਇਸ ਕਰਕੇ ਫਿਕਰ ਵਾਲੀ ਗੱਲ ਇਹ ਆ ਵੀ ਜਦੋਂ ਜਿਹੜਾ ਦੇਸ਼ ਦੁਨੀਆ ਚਲਾਉਂਦਾ ਏ, ਉਹਦੇ ਦੇਸ਼ ਦੇ ਵਿੱਚ ਜੇ ਇਹ ਹਾਲਾਤ ਬਣ ਚੁੱਕੇ ਨੇ, ਅੱਗੇ ਵੀ ਬਹੁਤ ਕੰਟਰੀਜ਼, ਇਹ ਇਕੱਲਾ ਇਹ ਨਹੀਂ, ਬਹੁਤ ਜਿਹੜੀਆਂ ਕੰਟਰੀਜ਼ ਨੇ ਛੋਟੀਆਂ ਵੱਡੇ ਦੇਸ਼, ਉਹਨਾਂ ਦੇ ਵਿੱਚ ਵੀ ਇਹ ਹੋਇਆ ਏ। ਬਹੁਤ ਵੱਡੇ ਰਿਵੋਲਟ ਨੇ ਜਿਹੜੇ ਹੋਏ ਨੇ, ਤਖਤੇ ਪਲਟੇ ਗਏ ਨੇ। ਇੱਕ ਬਹੁਤ ਵੱਡੇ ਫਿਕਰ ਦੀ ਗੱਲ ਆ ਜਿਹੜੀ ਇਹ ਸਾਰੀ ਦੁਨੀਆ 'ਚ ਹੋ ਰਹੀ ਆ। ਲੋਕ ਇੰਨੇ ਇੰਪੇਸ਼ੈਂਸ ਹੋ ਰਹੇ ਆ, ਲੋਕ ਇੰਨੇ ਨਾਰਾਜ਼ ਹੋ ਜਾਂਦੇ ਆ ਜਿਹੜੇ ਆਪਣੀਆਂ ਸਰਕਾਰਾਂ ਨੇ, ਤੇ ਉੱਥੇ ਵਿਦਰੋਹ ਹੋ ਰਹੇ ਆ, ਗੁੱਸਾ ਹੋ ਰਿਹਾ। ਤੇ ਇਸ ਕਰਕੇ ਇਹ ਹਾਲਾਤ ਵੀ ਕੁਝ ਐਸੇ ਤਰ੍ਹਾਂ ਹੀ ਬਣੇ ਨੇ ਵੀ ਜਿਹੜਾ ਲੋਕਾਂ ਦਾ ਮੈਂਡੇਟ ਆ ਉਹਨੂੰ ਉਹ ਇਗਨੋਰ ਕਰਕੇ। ਤੇ ਅੱਜ ਤਾਂ ਇਹ ਵੀ ਵੱਡੀ ਗੱਲ ਹੋਈ ਆ ਵੀ ਇੱਕ ਉੱਥੇ ਤਿਰੰਗੇ ਦਾ ਝੰਡਾ ਹੈ ਜਿਹੜਾ ਉਹ ਵੀ ਲਹਿਰਾ ਐਮਪੀ ਨੇ। ਤੇ ਮੈਂ ਵੀ ਇਸ ਗੱਲ ਨੂੰ ਕੰਡੈਮ ਕਰਦਾ ਵੀ ਸਾਡਾ ਤਿਰੰਗਾ ਝੰਡਾ ਹੈ ਜਿਹੜਾ, ਉਸ ਦੇ ਵਿੱਚ ਕਿਉਂ ਕੋਈ ਲੈ ਕੇ ਗਿਆ, ਇਹਦੀ ਘੋਰ ਨਿੰਦਿਆ ਕਰਦੇ ਆ। ਅਮਰੀਕਾ ਦੀ ਉਹਨਾਂ ਦੀ ਆਪਦੀ ਲੜਾਈ ਆ, ਤੇ ਸਾਡਾ ਦੇਸ਼ ਦਾ ਜਿਹੜਾ ਝੰਡਾ ਹੈ ਮੈਂ ਸਮਝਦਾ ਉਹ ਉੱਥੇ ਲਿਜਾਣਾ ਤੇ ਲਹਿਰਾਉਣਾ ਹੈ ਜਿਹੜਾ, ਬੜੀ ਇੱਕ ਨਿੰਦਾਯੋਗ ਗੱਲ ਆ।